ਵਿਆਹ ਦੇ 8 ਸਾਲ ਬਾਅਦ ਪਤੀ ਨੇ ਬਾਂਝ ਕਹਿ ਕੇ ਮੈਨੂੰ ਤਲਾਕ ਦੇ ਦਿੱਤਾ। ਮੈਂ ਆਪਣੀ ਮਾਂ ਦੇ ਘਰ ਆ ਗਈ। ਮਾਂ ਦੇ ਘਰ ਨੌਕਰਾਣੀ ਸਫਾਈ ਕਰਨ ਆਉਂਦੀ ਤਾਂ ਉਹ ਮੈਨੂੰ ਇਹੀ ਕਹਿੰਦੀ, ਤੇਰੀ ਮਾਂ ਨੇ ਹੀ ਤੇਰੀ ਜ਼ਿੰਦਗੀ ਖਰਾਬ ਕੀਤੀ ਹੈ। ਉਹਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਜਾਂਦੀ ਕਿ ਉਹ ਕਹਿਣਾ ਕੀ ਚਾਹੁੰਦੀ ਹੈ। ਪਰ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਮਾਂ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਪੈਸੇ ਲੈਣ ਲਈ ਮਾਂ ਦੇ ਕਮਰੇ ਵਿੱਚ ਗਈ ਤਾਂ ਕਮਰੇ ਵਿੱਚ ਜਾਂਦੇ ਹੀ ਮੇਰੀ ਨਜ਼ਰ ਇੱਕ ਅਜਿਹੀ ਚੀਜ਼ 'ਤੇ ਪਈ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਤਾਂ ਮੇਰੇ ਪਤੀ ਸਵੇਰ ਤੋਂ ਹੀ ਘਰੋਂ ਨਿਕਲੇ ਹਨ ਪਰ ਅਜੇ ਤੱਕ ਵਾਪਸ ਨਹੀਂ ਆਏ ਸਨ। ਕਾਫੀ ਹਨੇਰਾ ਹੋ ਗਿਆ ਸੀ ਤੇ ਅਸਮਾਨ ਵਿੱਚ ਬੱਦਲ ਵੀ ਗਰਜ ਰਹੇ ਸਨ ਤੇ ਬਿਜਲੀ ਚਮਕ ਰਹੀ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਅਤੇ ਮੈਨੂੰ ਆਪਣੇ ਪਤੀ ਅਰਮਾਨ ਦੀ ਵੀ ਫਿਕਰ ਹੋ ਰਹੀ ਸੀ ਕਿ ਉਹ ਹੁਣ ਤੱਕ ਘਰ ਨਹੀਂ ਆਏ ਹਨ। ਫਿਰ ਕੁਝ ਦੇਰ ਬਾਅਦ ਅਰਮਾਨ ਘਰ ਆਏ ਤਾਂ ਉਹਨਾਂ ਨੂੰ ਦੇਖ ਕੇ ਮੇਰੀ ਜਾਨ ਵਿੱਚ ਜਾਨ ਆਈ। ਡਰ ਦੇ ਮਾਰੇ ਮੇਰੀ ਪਰੇਸ਼ਾਨੀ ਮੇਰੇ ਚਿਹਰੇ 'ਤੇ ਸਾਫ਼ ਦਿਖ ਰਹੀ ਸੀ। ਅਰਮਾਨ ਨੇ ਮੈਨੂੰ ਪਰੇਸ਼ਾਨ ਦੇਖਿਆ ਤਾਂ ਉਹ ਪੁੱਛਣ ਲੱਗੇ ਕਿ ਕੀ ਹੋਇਆ, ਤੂੰ ਪਰੇਸ਼ਾਨ ਕਿਉਂ ਲੱਗ ਰਹੀ ਆ। ਅਰਮਾਨ ਦੇ ਸਵਾਲ 'ਤੇ ਮੈਨੂੰ ਗੁੱਸਾ ਆਇਆ। ਮੈਨੂੰ ਉਸ ਦੀ ਫਿਕਰ ਹੋ ਰਹੀ ਸੀ ਤੇ ਉੱਪਰ ਤੋਂ ਬਾਰਿਸ਼ ਤੇ ਬਿਜਲੀ ਦਾ ਕੜਕਣਾ, ਮੇਰਾ ਤਾਂ ਦਿਲ ਬੈਠਿਆ ਜਾ ਰਿਹਾ ਸੀ। ਮੈਂ ਕਿਹਾ, ਇੰਨੀ ਰਾਤ ਹੋ ਗਈ ਤੇ ਮੈਨੂੰ ਤੁਹਾਡੀ ਫਿਕਰ ਹੋ ਰਹੀ ਸੀ। ਅਰਮਾਨ ਨੇ ਮੇਰਾ ਹੱਥ ਫੜ ਲਿਆ ਤੇ ਕਿਹਾ ਕਿ ਤੂੰ ਮੇਰੀ ਇੰਨੀ ਫਿਕਰ ਕਿਉਂ ਕਰਦੀ ਆ। ਮੈਂ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਅਰਮਾਨ ਨੇ ਕਿਹਾ, ਪਰ ਮੈਨੂੰ ਤਾਂ ਤੇਰੇ ਨਾਲ ਨਫ਼ਰਤ ਹੋ ਗਈ ਹੈ। ਸਾਡੇ ਵਿਆਹ ਨੂੰ 8 ਸਾਲ ਹੋ ਗਏ ਹਨ, ਤੂੰ ਮੈਨੂੰ ਦਿੱਤਾ ਹੀ ਕੀ ਹੈ। ਔਲਾਦ ਦੀ ਇੱਛਾ ਮੈਨੂੰ ਅੰਦਰ ਹੀ ਅੰਦਰ ਖਾਏ ਜਾ ਰਹੀ ਹੈ। ਵਿਆਹ ਹੋਣ ਤੋਂ 8 ਸਾਲਾਂ ਬਾਅਦ ਵੀ ਤੂੰ ਮੈਨੂੰ ਇੱਕ ਬੱਚਾ ਨਾ ਦੇ ਸਕੀ। ਹੁਣ ਤੱਕ ਮੈਂ ਤੇਰੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਤਾਂ ਕਿ ਤੇਰੇ ਦਿਲ ਨੂੰ ਠੇਸ ਨਾ ਪਹੁੰਚੇ, ਪਰ ਬਸ ਹੁਣ ਮੈਂ ਹੋਰ ਨਹੀਂ ਸਹਾਰ ਸਕਦਾ। ਆਖਿਰ ਮੈਂ ਕਦੋਂ ਤੱਕ ਬੇਔਲਾਦ ਰਹਾਂਗਾ। ਇਸ ਲਈ ਨਾ ਚਾਹੁੰਦੇ ਹੋਏ ਵੀ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ। ਤੂੰ ਆਪਣੀ ਮਾਂ ਦੇ ਘਰ ਜਾ ਸਕਦੀ ਐਂ। ਮੈਂ ਤੈਨੂੰ ਤਲਾਕ ਦੇ ਪੇਪਰ ਉੱਥੇ ਭੇਜ ਦਵਾਂਗਾ। ਅਰਮਾਨ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿ ਅਚਾਨਕ ਅਰਮਾਨ ਨੂੰ ਕੀ ਹੋ ਗਿਆ ਹੈ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸਨ। ਮੈਨੂੰ ਅਰਮਾਨ ਨੇ ਅਜਿਹੇ ਜੁਰਮ ਦੀ ਸਜ਼ਾ ਸੁਣਾਈ ਸੀ ਜਿਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਸਾਰੀ ਰਾਤ ਰੋਂਦੀ ਰਹੀ। ਜਦ ਸਵੇਰ ਹੋਈ ਤਾਂ ਮੈਂ ਆਪਣਾ ਕੁਝ ਜ਼ਰੂਰੀ ਸਮਾਨ ਪੈਕ ਕੀਤਾ ਤੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਮਾਂ ਦੇ ਘਰ ਲਈ ਨਿਕਲ ਗਈ। ਰਸਤੇ ਵਿੱਚ ਜਾਂਦੇ ਹੋਏ ਮੈਂ ਸੋਚ ਰਹੀ ਸੀ ਕਿ ਜਦੋਂ ਮੇਰੀ ਮਾਂ ਨੂੰ ਇਹ ਪਤਾ ਚੱਲੇਗਾ ਕਿ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ ਤਾਂ ਉਹਨਾਂ 'ਤੇ ਕੀ ਬੀਤੇਗੀ। ਇਹੀ ਸਭ ਸੋਚਦੇ ਸੋਚਦੇ ਮੈਂ ਆਪਣੇ ਪੇਕੇ ਪਹੁੰਚ ਗਈ। ਸਵੇਰ ਦਾ ਵਕਤ ਸੀ। ਮੈਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਮੈਨੂੰ ਦੇਖਦੇ ਹੀ ਮੇਰੇ ਪਿਤਾ ਜੀ ਮੇਰੇ ਕੋਲ ਆਏ ਤੇ ਪੁੱਛਣ ਲੱਗੇ ਕਿ ਕੀ ਹੋਇਆ ਸਾਧਨਾ, ਤੂੰ ਇੰਨੀ ਸਵੇਰੇ ਸਵੇਰੇ, ਸਭ ਠੀਕ ਤਾਂ ਹੈ। ਮੈਂ ਕਿਹਾ, ਨਹੀਂ ਪਾਪਾ, ਕੁਝ ਵੀ ਠੀਕ ਨਹੀਂ। ਮੈਨੂੰ ਅਰਮਾਨ ਨੇ ਛੱਡ ਦਿੱਤਾ ਹੈ ਤੇ ਉਹ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ। ਮੇਰੀ ਗੱਲ ਸੁਣ ਕੇ ਮੇਰੇ ਪਾਪਾ ਉੱਥੇ ਹੀ ਡਿੱਗ ਪਏ। ਪਾਪਾ ਦੇ ਡਿੱਗਣ ਦੀ ਆਵਾਜ਼ ਸੁਣ ਕੇ ਮੇਰੀ ਮਾਂ ਅੰਦਰੋਂ ਭੱਜ ਕੇ ਬਾਹਰ ਆਈ। ਅਸੀਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਹਨਾਂ ਦਾ ਖਿਆਲ ਰੱਖਣਾ। ਫਿਰ ਅਸੀਂ ਪਾਪਾ ਨੂੰ ਲੈ ਕੇ ਘਰ ਆ ਗਏ। ਮੈਂ ਬਹੁਤ ਸ਼ਰਮਿੰਦਾ ਸੀ ਕਿ ਮੇਰੀ ਵਜ੍ਹਾ ਨਾਲ ਮੇਰੇ ਪਾਪਾ ਦੀ ਤਬੀਅਤ ਖਰਾਬ ਹੋ ਗਈ। ਮੇਰੀ ਮਾਂ ਨੇ ਮੇਰੇ ਚਿਹਰੇ ਨੂੰ ਪੜ੍ਹ ਲਿਆ ਸੀ। ਮੇਰੀ ਮਾਂ ਨੇ ਮੈਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਹ ਸਭ ਤਾਂ ਉੱਪਰ ਵਾਲੇ ਦੀ ਮਰਜ਼ੀ ਹੈ, ਤੂੰ ਫਿਕਰ ਨਾ ਕਰ, ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਹੈ। ਤੂੰ ਤਾਂ ਪਹਿਲਾਂ ਹੀ ਬਹੁਤ ਦੁਖੀ ਆ। ਉਸ ਦਿਨ ਤੋਂ ਬਾਅਦ ਮੈਂ ਤੇ ਮਾਂ ਮੇਰੇ ਪਾਪਾ ਦੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ। ਪਰ ਮੈਂ ਜਦ ਵੀ ਇਕੱਲੀ ਹੁੰਦੀ ਤਾਂ ਫੁੱਟ-ਫੁੱਟ ਕੇ ਰੋਂਦੀ ਕਿ ਇਹ ਮੇਰੇ ਨਾਲ ਕੀ ਹੋ ਗਿਆ। ਜਿਹੜਾ ਪਤੀ ਮੈਨੂੰ ਇੰਨਾ ਪਿਆਰ ਕਰਦਾ ਸੀ, ਅਚਾਨਕ ਉਸਨੇ ਮੈਨੂੰ ਛੱਡ ਦਿੱਤਾ। ਇਹ ਸਵਾਲ ਮੇਰੇ ਦਿਮਾਗ ਵਿੱਚ ਵਾਰ-ਵਾਰ ਆਉਂਦਾ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਤਾਂ ਸਾਡੇ ਘਰ ਦੀ ਨੌਕਰਾਣੀ ਘਰ ਦੀ ਸਫਾਈ ਕਰਦੀ ਹੋਈ ਮੇਰੇ ਕਮਰੇ ਵਿੱਚ ਆਈ। ਮੈਂ ਉਸ ਵਕਤ ਰੋ ਰਹੀ ਸੀ। ਉਹ ਮੈਨੂੰ ਰੋਂਦਾ ਹੋਇਆ ਦੇਖ ਕੇ ਕਹਿਣ ਲੱਗੀ, ਦੀਦੀ ਇੱਕ ਗੱਲ ਕਹਾਂ। ਮੈਂ ਕਿਹਾ, ਹਾਂ ਕਹਿ, ਕੀ ਗੱਲ ਹੈ। ਉਹ ਕਹਿਣ ਲੱਗੀ ਕਿ ਦੀਦੀ, ਮੈਨੂੰ ਅੱਜ ਕੱਲ੍ਹ ਦੇ ਲੋਕਾਂ 'ਤੇ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਕਿਵੇਂ ਬਰਬਾਦ ਹੁੰਦਾ ਹੋਇਆ ਦੇਖ ਕੇ ਖੁਸ਼ ਹੁੰਦੇ ਹਨ। ਮੈਂ ਉਸ ਨੂੰ ਕਿਹਾ ਕਿ ਕੀ ਮਤਲਬ ਹੈ ਤੇਰਾ, ਤੂੰ ਕੀ ਕਹਿਣਾ ਚਾਹੁੰਦੀ ਹੈ। ਉਸ ਤੋਂ ਬਾਅਦ ਉਸਨੇ ਜੋ ਕਿਹਾ ਉਸ ਨੂੰ ਸੁਣ ਕੇ ਮੈਂ ਸੁੰਨ ਰਹਿ ਗਈ। ਉਸਨੇ ਕਿਹਾ, ਦੀਦੀ, ਤੁਹਾਡੀ ਇਸ ਹਾਲਤ ਦੀ ਜ਼ਿੰਮੇਵਾਰ ਤੁਹਾਡੀ ਮਾਂ ਹੈ। ਉਹ ਤੁਹਾਨੂੰ ਇਸ ਹਾਲ ਵਿੱਚ ਦੇਖ ਕੇ ਬਹੁਤ ਖੁਸ਼ ਹੁੰਦੀ ਹੋਵੇਗੀ।
ਉਸ ਦੀ ਗੱਲ ਸੁਣ ਕੇ ਮੈਂ ਘਬਰਾ ਕੇ ਇੱਕਦਮ ਉੱਠ ਕੇ ਬੈਠੀ ਹੋ ਗਈ। ਮੈਂ ਉਸ ਨੂੰ ਕਿਹਾ, ਇਹ ਤੂੰ ਕੀ ਕਹਿ ਰਹੀ ਹੈ? ਉਸ ਨੇ ਕਿਹਾ, ਮੈਂ ਜੋ ਕੁਝ ਵੀ ਕਹਿ ਰਹੀ ਹਾਂ ਉਹ ਬਿਲਕੁਲ ਸੱਚ ਹੈ। ਅਜੇ ਉਹ ਮੈਨੂੰ ਕੁਝ ਹੋਰ ਦੱਸਣ ਹੀ ਵਾਲੀ ਸੀ ਕਿ ਐਨੇ ਨੂੰ ਮੇਰੀ ਮਾਂ ਕਮਰੇ ਵਿੱਚ ਆ ਗਈ। ਮੇਰੀ ਮਾਂ ਨੇ ਗੁੱਸੇ ਨਾਲ ਉਸ ਨੂੰ ਕਿਹਾ ਕਿ ਤੂੰ ਇੱਥੇ ਬੈਠੀ ਗੱਲਾਂ ਕਰ ਰਹੀ ਆਂ, ਬਾਕੀ ਦੇ ਕੰਮ ਕੌਣ ਕਰੇਗਾ? ਉੱਠ ਕੇ ਜਾ ਇੱਥੋਂ ਤੇ ਕੰਮ ਕਰ। ਨੌਕਰਾਣੀ ਦੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਸਾਧਨਾ, ਇਸ ਨਾਲ ਜ਼ਿਆਦਾ ਗੱਲ ਨਾ ਕਰਿਆ ਕਰ। ਇਹ ਇੱਕ ਨੰਬਰ ਦੀ ਝੂਠੀ ਤੇ ਮਕਾਰ ਔਰਤ ਹੈ। ਇੱਧਰ ਦੀਆਂ ਗੱਲਾਂ ਉੱਧਰ ਤੇ ਉੱਧਰ ਦੀਆਂ ਗੱਲਾਂ ਇੱਧਰ ਕਰਕੇ ਲੋਕਾਂ ਦੇ ਘਰ ਪੱਟਦੀ ਹੈ। ਮੈਂ ਕਿਹਾ, ਮਾਂ, ਪਰ ਉਹ ਤਾਂ ਸ਼ਕਲ ਤੋਂ ਜਿਹੀ ਨਹੀਂ ਲੱਗਦੀ। ਮਾਂ ਨੇ ਕਿਹਾ, ਤੂੰ ਸ਼ਕਲ ਸੂਰਤ ਤੇ ਨਾ ਜਾਇਆ ਕਰ। ਸ਼ਕਲ ਤੋਂ ਤਾਂ ਤੈਨੂੰ ਅਰਮਾਨ ਵੀ ਚੰਗਾ ਹੀ ਲੱਗਦਾ ਸੀ ਨਾ। ਤੈਨੂੰ ਯਾਦ ਹੈ ਨਾ ਕਿ ਕਿਵੇਂ ਤੂੰ ਅਰਮਾਨ ਦੇ ਪਿਆਰ ਵਿੱਚ ਪਾਗਲ ਹੋਈ ਸੀ, ਕਿ ਮੇਰੇ ਤੇ ਆਪਣੇ ਪਾਪਾ ਦੀ ਗੱਲ ਵੀ ਤੂੰ ਨਹੀਂ ਸੁਣੀ ਸੀ ਤੇ ਸਾਡੇ ਲੱਖ ਸਮਝਾਉਣ ਤੋਂ ਬਾਅਦ ਵੀ ਤੂੰ ਅਰਮਾਨ ਨਾਲ ਵਿਆਹ ਕਰਾਉਣ ਲਈ ਸਾਨੂੰ ਮਨਾ ਹੀ ਲਿਆ ਸੀ। ਤੇ ਹੁਣ ਦੇਖ ਉਸ ਨੇ ਤੇਰੇ ਨਾਲ ਕੀ ਕੀਤਾ ਹੈ। ਤੇਰੇ ਪਿਆਰ ਦੀ ਉਸਨੇ ਕੋਈ ਕਦਰ ਨਹੀਂ ਕੀਤੀ। ਔਲਾਦ ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦੀ ਤਾਂ ਕਿ ਉਹ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹਨ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਕੰਬ ਗਈ ਸੀ। ਮਾਂ ਇਹ ਸਭ ਗੱਲਾਂ ਕਹਿ ਕੇ ਦਰਵਾਜ਼ਾ ਬੰਦ ਕਰਕੇ ਚਲੀ ਗਈ, ਪਰ ਮੈਨੂੰ ਮੇਰੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰਵਾ ਗਈ। ਮੈਨੂੰ ਉਹ ਦਿਨ ਯਾਦ ਆ ਗਏ ਸਨ ਜਦੋਂ ਮੈਨੂੰ ਅਰਮਾਨ ਨਾਲ ਮੁਹੱਬਤ ਹੋਈ ਸੀ। ਮੈਂ ਤੇ ਅਰਮਾਨ ਇੱਕ ਹੀ ਕਾਲਜ ਵਿੱਚ ਪੜ੍ਹਦੇ ਸੀ। ਇੱਕ ਦਿਨ ਤੇਜ਼ ਬਾਰਿਸ਼ ਹੋਈ ਤੇ ਬੱਦਲ ਗਰਜ ਰਹੇ ਸਨ। ਮੈਂ ਬਹੁਤ ਡਰ ਗਈ ਸੀ। ਕਾਲਜ ਵਿੱਚ ਸਾਰੇ ਮੇਰਾ ਮਜ਼ਾਕ ਬਣਾ ਰਹੇ ਸਨ। ਉਸ ਵਕਤ ਅੱਗੇ ਆ ਕੇ ਅਰਮਾਨ ਨੇ ਮੇਰਾ ਸਾਥ ਦਿੱਤਾ ਸੀ। ਉਸ ਨੇ ਕਿਹਾ ਕਿ ਮੇਰੀ ਛੋਟੀ ਭੈਣ ਵੀ ਤੇਰੇ ਵਾਂਗ ਬੱਦਲਾਂ ਦੇ ਗਰਜਣ ਤੋਂ ਡਰਦੀ ਹੈ। ਉਹ ਮੇਰੇ ਮਨ ਨੂੰ ਬਹਿਲਾਉਣ ਲਈ ਮੇਰੇ ਨਾਲ ਗੱਲਾਂ ਕਰਨ ਲੱਗਾ, ਜਿਸ ਨਾਲ ਮੈਂ ਬੱਦਲਾਂ ਦੇ ਗਰਜਣ ਤੋਂ ਡਰਾਂ ਨਾ। ਮੈਂ ਉਸਦੇ ਇਸ ਰਵੱਈਏ ਤੋਂ ਬਹੁਤ ਖੁਸ਼ ਹੋਈ ਸੀ। ਮੈਂ ਸੋਚਿਆ ਕੋਈ ਤਾਂ ਹੈ ਜੋ ਮੈਨੂੰ ਸਮਝ ਸਕਦਾ ਹੈ, ਨਹੀਂ ਤਾਂ ਸਭ ਮੇਰਾ ਮਜ਼ਾਕ ਬਣਾ ਰਹੇ ਹਨ। ਇਸ ਤਰ੍ਹਾਂ ਸਾਡੀ ਦੋਸਤੀ ਹੋ ਗਈ। ਫਿਰ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਇਕੱਠੇ ਪੜ੍ਹਦੇ ਸਾਡੀ ਦੋਨਾਂ ਦੀ ਪੜ੍ਹਾਈ ਵੀ ਪੂਰੀ ਹੋ ਗਈ ਸੀ। ਪੜ੍ਹਾਈ ਤੋਂ ਬਾਅਦ ਮੇਰੇ ਘਰ ਵਿੱਚ ਮੇਰੇ ਰਿਸ਼ਤੇ ਦੀ ਗੱਲ ਚੱਲਣ ਲੱਗੀ। ਫਿਰ ਮੇਰੇ ਪਾਪਾ ਨੇ ਦੂਰ ਦੀ ਰਿਸ਼ਤੇਦਾਰੀ ਵਿੱਚ ਮੇਰਾ ਵਿਆਹ ਤੈਅ ਕਰ ਦਿੱਤਾ। ਪਾਪਾ ਦਾ ਫੈਸਲਾ ਸੁਣ ਕੇ ਮੈਂ ਘਬਰਾ ਗਈ। ਫਿਰ ਮੈਂ ਤੁਰੰਤ ਅਰਮਾਨ ਨੂੰ ਫ਼ੋਨ ਕੀਤਾ ਤੇ ਉਸ ਨੂੰ ਦੱਸਿਆ ਕਿ ਮੇਰੇ ਪਾਪਾ ਨੇ ਮੇਰਾ ਵਿਆਹ ਕਿਸੇ ਹੋਰ ਨਾਲ ਤੈਅ ਕਰ ਦਿੱਤਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਉਸ ਨੇ ਕਿਹਾ, ਤੂੰ ਫਿਕਰ ਨਾ ਕਰ, ਤੂੰ ਇੱਕ ਵਾਰ ਆਪਣੀ ਮਾਂ ਨਾਲ ਗੱਲ ਕਰਕੇ ਦੇਖ, ਉਹ ਸਾਡੀ ਮਦਦ ਜ਼ਰੂਰ ਕਰਨਗੇ। ਉਸ ਦੀ ਗੱਲ ਸੁਣ ਕੇ ਮੈਨੂੰ ਥੋੜ੍ਹੀ ਤਸੱਲੀ ਹੋਈ ਤੇ ਮੈਂ ਫ਼ੋਨ ਕੱਟ ਕੇ ਆਪਣੀ ਮਾਂ ਨੂੰ ਲੱਭਣ ਲੱਗੀ। ਮੇਰੀ ਮਾਂ ਕਮਰੇ ਵਿੱਚ ਬੈਠੀ ਸੀ। ਮੈਂ ਮਾਂ ਕੋਲ ਗਈ ਤੇ ਮਾਂ ਨੂੰ ਕਹਿਣ ਲੱਗੀ ਕਿ ਮਾਂ, ਮੈਂ ਅਰਮਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਜਿਹੜਾ ਕਿ ਮੇਰਾ ਕਲਾਸਮੇਟ ਹੈ। ਇਸ ਗੱਲ ਤੇ ਮੇਰੀ ਮਾਂ ਨੇ ਮੇਰੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ ਕਿ ਤੂੰ ਆਪਣੇ ਬਾਪ ਦੇ ਖਿਲਾਫ ਜਾਵੇਂਗੀ। ਅਜਿਹਾ ਗਲਤੀ ਨਾਲ ਵੀ ਨਾ ਸੋਚੀ। ਮਾਂ ਦਾ ਇਹ ਰਵੱਈਆ ਦੇਖ ਕੇ ਮੈਂ ਬਹੁਤ ਦੁਖੀ ਹੋਈ ਸੀ, ਕਿਉਂਕਿ ਉਹਨਾਂ ਨੇ ਅੱਜ ਤੱਕ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਸ਼ਾਮ ਨੂੰ ਜਦ ਪਾਪਾ ਘਰ ਆਏ ਤਾਂ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਤਾਂ ਮੇਰੀ ਮਾਂ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਫਿਰ ਮੇਰੇ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਪਿਆਰ ਨਾਲ ਪੁੱਛਣ ਲੱਗੇ ਕਿ ਤੂੰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਿਉਂ ਕੀਤਾ ਹੈ। ਉਹਨਾਂ ਨੂੰ ਦੇਖ ਕੇ ਮੈਂ ਉੱਚੀ-ਉੱਚੀ ਰੋਣ ਲੱਗੀ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਮੇਰੇ ਪਾਪਾ ਨੇ ਕਿਹਾ ਕਿ ਪੁੱਤ, ਮੈਂ ਹੁਣ ਉਹਨਾਂ ਨੂੰ ਜਵਾਨ ਦੇ ਚੁੱਕਿਆ ਹਾਂ। ਤੇਰਾ ਵਿਆਹ ਹੁਣ ਉੱਥੇ ਹੀ ਹੋਵੇਗਾ ਜਿੱਥੇ ਮੈਂ ਤੈਅ ਕੀਤਾ ਹੈ। ਮੈਂ ਕਿਹਾ ਕਿ ਪਾਪਾ, ਚਾਹੇ ਕੁਝ ਵੀ ਹੋ ਜਾਵੇ, ਪਰ ਮੈਂ ਕਿਸੇ ਹੋਰ ਨੂੰ ਐਕਸੈਪਟ ਨਹੀਂ ਕਰ ਸਕਦੀ, ਕਿਉਂਕਿ ਮੈਂ ਅਰਮਾਨ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਉਸ ਬਗੈਰ ਨਹੀਂ ਰਹਿ ਸਕਦੀ। ਪਰ ਮੇਰੇ ਪਾਪਾ ਬਿਨਾਂ ਕੁਝ ਕਹੇ ਹੀ ਕਮਰੇ ਤੋਂ ਬਾਹਰ ਚਲੇ ਗਏ ਸੀ। ਫਿਰ ਮੈਂ ਬਹੁਤ ਮਿੰਨਤਾਂ ਤਰਲੇ ਕੀਤੇ। ਫਿਰ ਕਿਤੇ ਜਾ ਕੇ ਮੇਰੇ ਘਰ ਦੇ ਇਸ ਵਿਆਹ ਲਈ ਮੰਨ ਗਏ ਸਨ। ਫਿਰ ਕੁਝ ਦਿਨਾਂ ਬਾਅਦ ਮੇਰਾ ਤੇ ਅਰਮਾਨ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਮੈਂ ਦੁਲਹਨ ਬਣ ਕੇ ਅਰਮਾਨ ਦੇ ਘਰ ਆ ਗਈ ਸੀ। ਉਸ ਦੇ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ। ਅਰਮਾਨ ਦਾ ਪੂਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਬਹੁਤ ਚੰਗੇ ਲੋਕ ਸਨ। ਸਮਾਂ ਬੀਤਦਾ ਗਿਆ। ਸਾਡੇ ਵਿਆਹ ਨੂੰ 3 ਸਾਲ ਹੋ ਗਏ ਸਨ, ਪਰ ਮੇਰੇ ਕੋਈ ਬੱਚਾ ਨਹੀਂ ਹੋਇਆ ਸੀ। ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ, ਬੇਟੀ, ਮੈਂ ਚਾਹੁੰਦੀ ਹਾਂ ਕਿ ਸਾਡੇ ਘਰ ਵਿੱਚ ਵੀ ਬੱਚੇ ਦੀਆਂ ਕਿਲਕਾਰੀਆਂ ਸੁਣਨ। ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ, ਪਰ ਤੂੰ ਮੈਨੂੰ ਇਹ ਖੁਸ਼ਖਬਰੀ ਨਹੀਂ ਦਿੱਤੀ। ਮੈਂ ਤਾਂ ਇਹ ਕਹਿੰਦੀ ਹਾਂ ਕਿ ਤੂੰ ਤੇ ਅਰਮਾਨ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾ ਲਓ। ਫਿਰ ਸਾਡੇ ਵਿਆਹ ਨੂੰ 5-6 ਸਾਲ ਹੋ ਗਏ, ਪਰ ਮੈਂ ਮਾਂ ਨਹੀਂ ਬਣ ਸਕੀ।
ਬੱਚੇ ਦੀ ਕਮੀ ਮੈਨੂੰ ਅੰਦਰ ਹੀ ਅੰਦਰ ਖਾਏ ਜਾ ਰਹੀ ਸੀ। ਹੁਣ ਬੜੀ ਤੋਂ ਬੜੀ ਖੁਸ਼ੀ ਵੀ ਮੇਰੇ ਲਈ ਅਧੂਰੀ ਸੀ। ਹੁਣ ਮੇਰੀ ਸੱਸ ਅਰਮਾਨ ਨੂੰ ਦੂਜੇ ਵਿਆਹ ਲਈ ਮਨਾਉਂਦੀ ਰਹਿੰਦੀ। ਇੱਕ ਦਿਨ ਉਹ ਮੇਰੇ ਪਤੀ ਨੂੰ ਕਹਿਣ ਲੱਗੀ ਕਿ ਬੱਚਾ ਤਾਂ ਘਰ ਵਿੱਚ ਜ਼ਰੂਰੀ ਹੈ, ਤੂੰ ਦੂਜਾ ਵਿਆਹ ਕਰਵਾ ਲਾ। ਮੈਨੂੰ ਲੱਗਦਾ ਸੀ ਕਿ ਅਰਮਾਨ ਬੱਚੇ ਦੀ ਖਾਤਰ ਦੂਜਾ ਵਿਆਹ ਕਰਵਾ ਲੈਣਗੇ, ਪਰ ਅਰਮਾਨ ਨੇ ਅਜਿਹਾ ਕੁਝ ਨਹੀਂ ਕੀਤਾ। ਉਹਨਾਂ ਨੇ ਆਪਣੀ ਮਾਂ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਦੂਜਾ ਵਿਆਹ ਨਹੀਂ ਕਰਵਾਵੇਗਾ। ਜਦ ਮੇਰੀ ਸੱਸ ਜ਼ਿਆਦਾ ਜ਼ੋਰ ਪਾਉਣ ਲੱਗੀ ਤਾਂ ਮੇਰੇ ਪਤੀ ਨੇ ਇਸ ਰੋਜ਼ ਦੀ ਕਿੜ-ਕਿੜ ਤੋਂ ਬਚਣ ਲਈ ਉਹਨਾਂ ਦਾ ਘਰ ਛੱਡ ਦਿੱਤਾ। ਹੁਣ ਅਸੀਂ ਦੋਨੋਂ ਕਿਰਾਏ ਦੇ ਮਕਾਨ 'ਤੇ ਰਹਿੰਦੇ ਸੀ। ਮੈਂ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੀਆਂ ਸਨ ਕਿ ਮਾਂ, ਅਰਮਾਨ ਮੈਨੂੰ ਬਹੁਤ ਪਿਆਰ ਕਰਦੇ ਹਨ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਮੈਂ ਉਹਨਾਂ ਨੂੰ ਔਲਾਦ ਨਹੀਂ ਦੇ ਸਕੀ। ਉਹਨਾਂ ਦੇ ਘਰ ਵਾਲੇ ਉਹਨਾਂ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਨੇ ਆਪਣੇ ਘਰ ਵਾਲਿਆਂ ਦੀ ਗੱਲ ਨਹੀਂ ਮੰਨੀ, ਇਸ ਲਈ ਅਸੀਂ ਹੁਣ ਦੂਜੇ ਘਰ ਵਿੱਚ ਰਹਿ ਰਹੇ ਹਾਂ। ਮਾਂ ਨੇ ਕਿਹਾ, ਚਲੋ ਚੰਗੀ ਗੱਲ ਹੈ, ਤੇਰੀ ਬਹੁਤ ਵਧੀਆ ਪਸੰਦ ਸੀ, ਤੂੰ ਆਪਣੇ ਲਈ ਵਧੀਆ ਫੈਸਲਾ ਲਿਆ ਸੀ। ਸਾਡੀ ਜ਼ਿੰਦਗੀ ਬਹੁਤ ਸਕੂਨ ਨਾਲ ਗੁਜ਼ਰ ਰਹੀ ਸੀ। ਅਰਮਾਨ ਦਾ ਪਿਆਰ ਤੇ ਮੇਰੇ ਪ੍ਰਤੀ ਲਗਾਵ ਦੇਖ ਕੇ ਮੈਂ ਕਈ ਵਾਰ ਸੋਚਦੀ ਕਿ ਮੈਂ ਸ਼ਾਇਦ ਦੁਨੀਆ ਦੀ ਸਭ ਤੋਂ ਖੁਸ਼ ਨਸੀਬ ਹਾਂ ਜਿਸ ਨੂੰ ਅਰਮਾਨ ਜਿਹੇ ਪਤੀ ਮਿਲੇ। ਪਰ ਅਚਾਨਕ ਹੀ ਅਰਮਾਨ ਦੇ ਵਿਵਹਾਰ ਵਿੱਚ ਤਬਦੀਲੀ ਆ ਗਈ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਬੱਚੇ ਦਾ ਤਾਨਾ ਦੇ ਕੇ ਘਰੋਂ ਕੱਢ ਦਿੱਤਾ ਤੇ ਮੈਨੂੰ ਤਲਾਕ ਦੇ ਦਿੱਤਾ। ਇਹ ਸਭ ਸੋਚ ਕੇ ਮੇਰਾ ਸਿਰ ਫਟਣ ਲੱਗਾ। ਮੈਂ ਕਮਰੇ 'ਚੋਂ ਬਾਹਰ ਆਈ ਤੇ ਆਪਣਾ ਮੂੰਹ ਹੱਥ ਧੋ ਕੇ ਸੋਫੇ 'ਤੇ ਬੈਠ ਗਈ। ਹੁਣ ਮੈਂ ਪਹਿਲਾਂ ਵਾਲੀ ਸਾਧਨਾ ਨਹੀਂ ਰਹੀ ਸੀ, ਜਿਹੜੀ ਛੋਟੀ-ਛੋਟੀ ਗੱਲ 'ਤੇ ਘਰ ਨੂੰ ਸਿਰ 'ਤੇ ਚੁੱਕ ਲੈਂਦੀ ਸੀ। ਹੁਣ ਤਾਂ ਮੈਂ ਤਲਾਕ ਜਿਹਾ ਬੋਝ ਵੀ ਬਰਦਾਸ਼ਤ ਕਰੀ ਬੈਠੀ ਸੀ। ਫਿਰ ਮੇਰੀ ਮਾਂ ਨੇ ਖਾਣਾ ਲਗਾਇਆ ਤੇ ਅਸੀਂ ਸਭ ਨੇ ਖਾਣਾ ਖਾਧਾ। ਅਗਲੇ ਦਿਨ ਜਦੋਂ ਫਿਰ ਸਾਡੀ ਨੌਕਰਾਣੀ ਆਈ ਤਾਂ ਉਸਨੇ ਮੈਨੂੰ ਕਮਰੇ ਵਿੱਚ ਇਕੱਲੀ ਦੇਖ ਕੇ ਫਿਰ ਤੋਂ ਉਹੀ ਗੱਲ ਦੁਹਰਾਈ। ਉਸਨੇ ਕਿਹਾ ਕਿ ਦੀਦੀ, ਤੇਰੀ ਮਾਂ ਨਹੀਂ ਡੈਣ ਹੈ, ਜਿਸਨੇ ਤੁਹਾਡੇ ਨਾਲ ਇਹ ਸਭ ਕੀਤਾ ਤੇ ਤੁਸੀਂ ਬੇਔਲਾਦ ਰਹਿ ਗਏ ਤੇ ਤੁਹਾਡੇ ਪਤੀ ਨੇ ਤੁਹਾਨੂੰ ਤਲਾਕ ਦੇ ਦਿੱਤਾ। ਹੁਣ ਮੈਂ ਉਸ ਨੂੰ ਕੁਝ ਪੁੱਛਣ ਹੀ ਲੱਗੀ ਸੀ ਕਿ ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਸ਼ੀਲਾ ਨੂੰ ਕਹਿਣ ਲੱਗੀ, ਬਹੁਤ ਕੱਪੜੇ ਹੋ ਗਏ ਹਨ ਧੋਣ ਲਈ, ਜਾ ਕੇ ਉਹਨਾਂ ਨੂੰ ਧੋ ਲਾ। ਪਰ ਮੈਂ ਸ਼ੀਲਾ ਦੀਆਂ ਗੱਲਾਂ ਨਾਲ ਬਹੁਤ ਉਲਝ ਗਈ ਸੀ ਕਿ ਆਖਰ ਇਹ ਸਭ ਕੀ ਹੈ। ਸ਼ੀਲਾ ਵਾਰ-ਵਾਰ ਮੇਰੀ ਮਾਂ ਨੂੰ ਦੋਸ਼ੀ ਕਿਉਂ ਠਹਿਰਾ ਰਹੀ ਹੈ? ਕੀ ਉਹ ਸੱਚ ਬੋਲ ਰਹੀ ਹੈ? ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੇਰੀ ਮਾਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰੇਗੀ? ਮੇਰੀ ਮਾਂ ਤਾਂ ਮੈਨੂੰ ਖੁਸ਼ ਦੇਖਣਾ ਚਾਹੁੰਦੀ ਹੈ, ਫਿਰ ਉਹ ਮੇਰੀਆਂ ਖੁਸ਼ੀਆਂ ਤੋਂ ਕਿਉਂ ਜਲੇਗੀ? ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਸਨ ਕਿ ਆਖਿਰ ਮੇਰੀ ਮਾਂ ਸ਼ੀਲਾ ਨੂੰ ਮੇਰੇ ਕਮਰੇ ਵਿੱਚ ਕਿਉਂ ਨਹੀਂ ਆਉਣ ਦਿੰਦੀ? ਜ਼ਰੂਰ ਸ਼ੀਲਾ ਦੇ ਕੋਲ ਮੇਰੀ ਮਾਂ ਦਾ ਕੋਈ ਰਾਜ਼ ਹੋਵੇਗਾ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮਾਂ ਦਾ ਇਹ ਰਾਜ਼ ਪਤਾ ਕਰਕੇ ਹੀ ਰਹਾਂਗੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦ ਸਵੇਰ ਹੋਈ ਮੈਂ ਆਪਣੇ ਕਮਰੇ 'ਚੋਂ ਬਾਹਰ ਨਿਕਲੀ ਤਾਂ ਦੇਖਿਆ ਕਿ ਮੇਰੀ ਮਾਂ ਨਿਢਾਲ ਜਿਹੀ ਪਈ ਸੀ। ਮੈਂ ਉਹਨਾਂ ਕੋਲ ਗਈ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਮਾਂ, ਤੁਹਾਡੀ ਤਬੀਅਤ ਠੀਕ ਨਹੀਂ ਹੈ? ਤਾਂ ਮਾਂ ਨੇ ਕਿਹਾ, ਨਹੀਂ, ਮੇਰੀ ਤਬੀਅਤ ਠੀਕ ਨਹੀਂ ਹੈ, ਮੇਰੇ ਦਿਲ 'ਤੇ ਬਹੁਤ ਵੱਡਾ ਬੋਝ ਹੈ, ਅਜਿਹਾ ਲੱਗ ਰਿਹਾ ਹੈ ਕਿ ਬਹੁਤ ਬੁਰਾ ਹੋਣ ਵਾਲਾ ਹੈ। ਅਜੇ ਉਹ ਬੋਲ ਹੀ ਰਹੀ ਸੀ ਕਿ ਅਚਾਨਕ ਉਹ ਬੇਹੋਸ਼ ਹੋ ਗਏ। ਮੈਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਉਹਨਾਂ ਦੇ ਕੁਝ ਟੈਸਟ ਕੀਤੇ ਤੇ ਫਿਰ ਕਿਹਾ ਕਿ ਇਹਨਾਂ ਦਾ ਜਲਦ ਤੋਂ ਜਲਦ ਆਪਰੇਸ਼ਨ ਕਰਨਾ ਹੋਵੇਗਾ। ਮੈਂ ਤੁਰੰਤ ਆਪਰੇਸ਼ਨ ਫਾਰਮ ਭਰ ਦਿੱਤਾ। ਪੈਸਿਆਂ ਦੀ ਜ਼ਰੂਰਤ ਸੀ, ਇਸ ਲਈ ਮੈਂ ਪੈਸੇ ਲੈਣ ਲਈ ਘਰ ਆ ਗਈ। ਮੈਂ ਮਾਂ ਦੇ ਕਮਰੇ ਵਿੱਚ ਪੈਸੇ ਲੈਣ ਗਈ। ਮੈਂ ਜਲਦੀ ਨਾਲ ਅਲਮਾਰੀ ਖੋਲ੍ਹੀ ਤਾਂ ਉਸ ਵਿੱਚ ਪੈਸੇ ਪਏ ਸਨ ਤੇ ਨਾਲ ਹੀ ਇੱਕ ਡਾਇਰੀ ਵੀ ਪਈ ਸੀ। ਮੈਨੂੰ ਯਾਦ ਆਇਆ ਕਿ ਮੇਰੀ ਮਾਂ ਡਾਇਰੀ ਲਿਖਦੀ ਹੁੰਦੀ ਸੀ, ਪਰ ਜਿਵੇਂ ਹੀ ਮੈਂ ਉਹਨਾਂ ਕੋਲ ਜਾਂਦੀ ਤਾਂ ਉਹ ਡਾਇਰੀ ਮੈਥੋਂ ਲੁਕੋ ਲੈਂਦੀ ਸੀ। ਅੱਜ ਮੇਰੇ ਕੋਲ ਮਾਂ ਦੀ ਉਹ ਡਾਇਰੀ ਸੀ ਤੇ ਮਜਬੂਰੀ ਵਿੱਚ ਮੈਂ ਉਸ ਨੂੰ ਖੋਲ੍ਹ ਲਿਆ। ਪਹਿਲੇ ਪੇਜ 'ਤੇ ਹੀ ਲਿਖਿਆ ਸੀ, ਸਤੀਸ਼ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਹ ਦੇਖ ਕੇ ਮੇਰਾ ਦਿਲ ਦਹਿਲ ਗਿਆ। ਮੇਰੀ ਮਾਂ ਤੇ ਪਾਪਾ ਵਿੱਚ ਤਾਂ ਬਹੁਤ ਪਿਆਰ ਸੀ, ਫਿਰ ਅਜਿਹਾ ਕਿਉਂ ਲਿਖਿਆ? ਕੁਝ ਗੜਬੜ ਤਾਂ ਜ਼ਰੂਰ ਹੈ। ਅੱਗੇ ਪੇਜ ਜਦ ਮੈਂ ਪੜ੍ਹਦੀ ਜਾ ਰਹੀ ਸੀ ਤਾਂ ਉਹ ਮੇਰੇ ਦਿਲ ਨੂੰ ਹੋਰ ਵੀ ਝਟਕਾ ਦੇਣ ਲੱਗੇ। ਮਾਂ ਨੇ ਲਿਖਿਆ ਸੀ ਕਿ ਮੇਰਾ ਵਿਆਹ ਸਤੀਸ਼ ਨਾਲ ਬਹੁਤ ਹੀ ਮਜਬੂਰੀ ਵਿੱਚ ਹੋਇਆ ਸੀ। ਅਸੀਂ 7 ਭੈਣਾਂ ਸੀ ਤੇ ਮੇਰੇ ਮਾਂ-ਬਾਪ ਬਹੁਤ ਗਰੀਬ ਸਨ। ਸਾਨੂੰ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਸੀ। ਇਸ ਲਈ ਨਾ ਚਾਹੁੰਦੇ ਹੋਏ ਵੀ ਮਜਬੂਰੀ ਵਿੱਚ ਮੇਰੇ ਘਰਦਿਆਂ ਨੇ ਮੇਰਾ ਵਿਆਹ ਸਤੀਸ਼ ਨਾਲ ਕਰਵਾ ਦਿੱਤਾ, ਜੋ ਕਿ ਉਮਰ ਵਿੱਚ ਮੇਰੇ ਨਾਲੋਂ ਕਾਫੀ ਵੱਡਾ ਸੀ ਤੇ ਇੱਕ ਧੀ ਦਾ ਬਾਪ ਸੀ। ਸਤੀਸ਼ ਨੇ ਪਹਿਲੀ ਰਾਤ ਹੀ ਆਪਣੀ 3 ਸਾਲ ਦੀ ਬੱਚੀ ਮੇਰੀ ਗੋਦ ਵਿੱਚ ਬਿਠਾ ਦਿੱਤੀ। ਬੱਚੀ ਬਹੁਤ ਛੋਟੀ ਸੀ, ਇਸ ਲਈ ਮੈਨੂੰ ਉਸਦਾ ਬਹੁਤ ਖਿਆਲ ਰੱਖਣਾ ਪੈਂਦਾ। ਮੈਂ ਸਾਧਨਾ ਨਾਲ ਬਹੁਤ ਨਫ਼ਰਤ ਕਰਦੀ ਸੀ, ਪਰ ਆਪਣੇ ਪਤੀ ਦੀ ਖੁਸ਼ੀ ਲਈ ਮੈਨੂੰ ਉਸਦਾ ਖਿਆਲ ਰੱਖਣਾ ਪੈਂਦਾ ਸੀ। ਸਤੀਸ਼ ਨੇ ਕਿਹਾ ਕਿ ਉਹਨਾਂ ਨੇ ਮੇਰੀ ਖੁਸ਼ੀ ਲਈ ਬੱਚੀ ਨੂੰ ਮੈਨੂੰ ਸੌਂਪਿਆ ਸੀ।
ਇਸ ਗੱਲ ਨੇ ਮੇਰਾ ਦਿਲ ਜਿੱਤ ਲਿਆ ਸੀ। ਫਿਰ ਮੈਂ ਸਾਧਨਾ ਨੂੰ ਦਿਲ ਤੋਂ ਅਪਣਾ ਲਿਆ ਸੀ ਤੇ ਉਸ ਨੂੰ ਸਗੀ ਬੇਟੀ ਵਾਂਗ ਪਿਆਰ ਕੀਤਾ। ਦਿਨ ਐਵੇਂ ਹੀ ਗੁਜ਼ਰਨ ਲੱਗੇ ਤੇ ਅਸੀਂ ਹੁਣ ਸਾਧਨਾ ਦੇ ਵਿਆਹ ਬਾਰੇ ਸੋਚਣ ਲੱਗੇ। ਪਰ ਇੱਕ ਦਿਨ ਸਤੀਸ਼ ਦਾ ਦੋਸਤ ਘਰ ਆਇਆ ਤੇ ਉਸ ਨੇ ਮੈਨੂੰ ਦੱਸਿਆ ਕਿ ਸਤੀਸ਼ ਦੁਆਰਾ ਕੀਤੀ ਗਈ ਛਲ ਕਪਟ ਦੀ ਵਜ੍ਹਾ ਨਾਲ ਸਾਡੀ ਸੰਬੰਧਿਤਾ ਕਿਸੇ ਵੀ ਰੂਪ ਵਿੱਚ ਠੀਕ ਨਹੀਂ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਸਤੀਸ਼ ਨੇ ਮੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ਤੇ ਉਸ ਨੂੰ ਮਾਂ ਬਣਨ ਤੋਂ ਰੋਕਣ ਲਈ ਉਸ ਦੇ ਖਾਣੇ ਵਿੱਚ ਅਜਿਹੀ ਦਵਾਈ ਮਿਲਾਈ ਸੀ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ। ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸਨ ਕਿ ਕੀ ਇਹ ਸਭ ਸੱਚ ਹੈ? ਕੀ ਸੱਚਮੁੱਚ ਹੀ ਸਤੀਸ਼ ਨੇ ਉਹਨਾਂ ਨਾਲ ਅਜਿਹਾ ਕੀਤਾ ਸੀ? ਕੀ ਸੱਚਮੁੱਚ ਹੀ ਦਵਾਈ ਦੇਣ ਨਾਲ ਉਹ ਮਾਂ ਨਹੀਂ ਬਣ ਸਕੀ ਸੀ? ਮੇਰੀ ਮਾਂ ਦੀ ਡਾਇਰੀ ਨੇ ਮੇਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਇਹ ਜਾਣ ਗਈ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਬੇਟੀ ਦੀ ਖੁਸ਼ੀ ਦੇ ਲਈ ਆਪਣੀ ਪਤਨੀ ਦੇ ਨਾਲ ਖਿਲਵਾੜ ਕੀਤਾ ਸੀ। ਮੈਂ ਉਹਨਾਂ ਦੇ ਇਸ ਖੂਬਸੂਰਤ ਸਫ਼ਰ ਨੂੰ ਪੜ੍ਹਦੇ ਹੋਏ ਇੱਕ ਮਾਂ ਦੀਆਂ ਭਾਵਨਾਵਾਂ ਨੂੰ ਸਮਝ ਗਈ ਸੀ। ਮੇਰੀ ਮਾਂ ਨੇ ਇਸ ਤੋਂ ਅੱਗੇ ਡਾਇਰੀ ਵਿੱਚ ਲਿਖਿਆ ਸੀ ਕਿ ਸਤੀਸ਼ ਦੇ ਦੋਸਤ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਸਤੀਸ਼ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਹੈ। ਉਸਨੇ ਆਪਣੀ ਬੇਟੀ ਦੀ ਖਾਤਰ ਮੈਨੂੰ ਕਦੇ ਮਾਂ ਨਹੀਂ ਬਣਨ ਦਿੱਤਾ। ਮੇਰੇ ਮਨ ਵਿੱਚ ਆਇਆ ਕਿ ਸਤੀਸ਼ ਨੂੰ ਛੱਡ ਕੇ ਇੱਥੋਂ ਦੂਰ ਭੱਜ ਜਾਵਾਂ। ਫਿਰ ਸੋਚਿਆ ਕਿ ਜਿਸ ਬੇਟੀ ਦੀ ਖਾਤਰ ਉਸਨੇ ਮੈਨੂੰ ਬਰਬਾਦ ਕੀਤਾ ਹੈ, ਚਾਹੇ ਜੋ ਵੀ ਹੋ ਜਾਵੇ, ਮੈਂ ਵੀ ਉਸ ਦੀ ਬੇਟੀ ਦੀ ਜ਼ਿੰਦਗੀ ਬਰਬਾਦ ਕਰਕੇ ਹੀ ਛੱਡਾਂਗੀ। ਫਿਰ ਉਸੇ ਦਿਨ ਮੈਨੂੰ ਪਤਾ ਚੱਲਿਆ ਕਿ ਸਾਧਨਾ ਨੇ ਆਪਣੇ ਲਈ ਇੱਕ ਲੜਕਾ ਪਸੰਦ ਕਰ ਲਿਆ ਹੈ। ਇਸ ਲਈ ਮੈਂ ਉਸ ਨੂੰ ਇੱਕ ਥੱਪੜ ਵੀ ਮਾਰਿਆ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਉਸ ਦਾ ਵਿਆਹ ਸਾਡੀ ਮਰਜ਼ੀ ਨਾਲ ਹੋਵੇ। ਫਿਰ ਮੈਂ ਆਪਣੇ ਦੂਰ ਦੇ ਰਿਸ਼ਤੇ ਵਿੱਚ ਇੱਕ ਅਜਿਹਾ ਮੁੰਡਾ ਲੱਭਿਆ ਸੀ ਜੋ ਬਹੁਤ ਸ਼ਰਾਬੀ ਸੀ, ਪਰ ਸਾਧਨਾ ਨੇ ਜਿੱਦ ਕਰਕੇ ਉਸੇ ਲੜਕੇ ਨਾਲ ਵਿਆਹ ਕਰਵਾਇਆ ਸੀ ਜਿਸ ਨੂੰ ਉਹ ਪਸੰਦ ਕਰਦੀ ਸੀ ਤੇ ਉਹ ਲੜਕਾ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਮੇਰੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਫਿਰ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਾਧਨਾ ਆਪਣੇ ਘਰ ਵਿੱਚ ਬਹੁਤ ਖੁਸ਼ ਹੈ। ਫਿਰ ਮੈਂ ਇੱਕ ਤਰਕੀਬ ਕੱਢੀ। ਸਾਧਨਾ ਨੇ ਜਿੱਥੇ ਵਿਆਹ ਕਰਵਾਇਆ ਸੀ ਉਹ ਸਾਡੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਸੀ। ਇਸ ਲਈ ਜਿਹੜੀ ਨੌਕਰਾਣੀ ਸਾਧਨਾ ਦੇ ਘਰ ਕੰਮ ਕਰਦੀ ਸੀ, ਮੈਂ ਉਸ ਨੂੰ ਬੁਲਾ ਲਿਆ ਤੇ ਬਹੁਤ ਸਾਰੇ ਪੈਸੇ ਦਿੱਤੇ। ਫਿਰ ਉਸ ਨੌਕਰਾਣੀ ਨੂੰ ਮੈਂ ਉਹੀ ਗੋਲੀ ਸਾਧਨਾ ਦੇ ਖਾਣੇ ਵਿੱਚ ਮਿਲਾਉਣ ਲਈ ਕਿਹਾ ਜਿਸ ਨਾਲ ਉਹ ਮਾਂ ਨਹੀਂ ਬਣ ਸਕਦੀ ਸੀ, ਕਿਉਂਕਿ ਜਿਸ ਤਰ੍ਹਾਂ ਮੈਂ ਮਾਂ ਬਣਨ ਦੀ ਖੁਸ਼ੀ ਲਈ ਤੜਫਦੀ ਰਹੀ ਸੀ, ਮੈਂ ਚਾਹੁੰਦੀ ਸੀ ਕਿ ਸਾਧਨਾ ਨੂੰ ਵੀ ਉਹੀ ਤੜਫ ਮਿਲੇ ਤੇ ਉਸ ਦਾ ਪਤੀ ਉਸ ਨੂੰ ਤਲਾਕ ਦੇ ਦੇਵੇ। ਸਾਧਨਾ ਨੂੰ ਔਲਾਦ ਦੀ ਖੁਸ਼ੀ ਤਾਂ ਨਹੀਂ ਮਿਲ ਸਕੀ, ਪਰ ਮੈਨੂੰ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ। ਹੁਣ ਉਹ ਉਸ ਦਾ ਪਹਿਲਾਂ ਨਾਲੋਂ ਜ਼ਿਆਦਾ ਖਿਆਲ ਰੱਖਦਾ ਹੈ ਤੇ ਉਸ ਦਾ ਸਾਥ ਦਿੰਦਾ ਹੈ। ਇਸ ਲਈ ਮੈਂ ਬਦਲੇ ਦੀ ਅੱਗ ਵਿੱਚ ਇੱਕ ਦਿਨ ਅਰਮਾਨ ਨੂੰ ਆਪਣੇ ਘਰ ਬੁਲਾ ਲਿਆ ਤੇ ਸਾਧਨਾ ਦੀ ਇੱਕ ਝੂਠੀ ਰਿਪੋਰਟ ਉਸ ਦੇ ਸਾਹਮਣੇ ਰੱਖ ਦਿੱਤੀ ਤੇ ਉਸ ਨੂੰ ਦੱਸਿਆ ਕਿ ਸਾਧਨਾ ਨੇ ਵਿਆਹ ਤੋਂ ਪਹਿਲਾਂ ਕਈ ਵਾਰ ਆਪਣਾ ਅਬੋਰਸ਼ਨ ਕਰਵਾਇਆ ਹੈ ਤੇ ਉਹ ਜਾਣ-ਬੁੱਝ ਕੇ ਕੁਝ ਅਜਿਹੀਆਂ ਦਵਾਈਆਂ ਲੈਂਦੀ ਹੈ ਜਿਸ ਨਾਲ ਉਸ ਨੂੰ ਬੱਚਾ ਨਾ ਹੋਵੇ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਬੱਚਾ ਹੋਣ ਨਾਲ ਉਸ ਦੀ ਖੂਬਸੂਰਤੀ ਢਲ ਜਾਵੇਗੀ। ਉਹ ਜਦ ਵੀ ਇੱਥੇ ਆਉਂਦੀ ਹੈ ਤਾਂ ਉਸ ਦੇ ਬਹੁਤ ਸਾਰੇ ਬॉयਫ੍ਰੈਂਡ ਉਸ ਨੂੰ ਮਿਲਣ ਆਉਂਦੇ ਹਨ। ਇਸ ਲਈ ਉਹ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਤਾਂ ਕਿ ਉਸ ਦੇ ਬॉयਫ੍ਰੈਂਡ ਉਸ ਦੀ ਤਾਰੀਫ ਕਰਨ ਤੇ ਉਸ 'ਤੇ ਜਾਨ ਛਿੜਕਣ। ਇਹ ਗੱਲ ਸੁਣ ਕੇ ਅਰਮਾਨ ਸੁੰਨ ਰਹਿ ਗਿਆ ਸੀ। ਅਰਮਾਨ ਕਹਿਣ ਲੱਗਿਆ, ਪਰ ਇਹ ਗੱਲ ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ? ਉਹ ਤਾਂ ਤੁਹਾਡੀ ਬੇਟੀ ਹੈ। ਤਾਂ ਮੈਂ ਅਰਮਾਨ ਨੂੰ ਕਿਹਾ ਕਿ ਬੇਟਾ, ਭਾਵੇਂ ਸਾਧਨਾ ਮੇਰੀ ਬੇਟੀ ਹੈ, ਪਰ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਤੈਨੂੰ ਹੋਰ ਧੋਖੇ ਵਿੱਚ ਨਹੀਂ ਰੱਖ ਸਕਦੀ, ਕਿਉਂਕਿ ਉਸ ਦਾ ਲੜਕਿਆਂ ਨੂੰ ਮਿਲਣਾ ਤੇ ਉਹਨਾਂ ਨਾਲ ਘੁੰਮਣਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਨਾ ਚਾਹੁੰਦੇ ਹੋਏ ਵੀ ਮੈਨੂੰ ਇਹ ਸਭ ਦੱਸਣਾ ਪਿਆ ਤਾਂ ਕਿ ਤੂੰ ਉਸ ਨੂੰ ਸਮਝਾ ਸਕੇਂ। ਇਸ ਵਾਰ ਤੀਰ ਟਿਕਾਣੇ 'ਤੇ ਲੱਗਿਆ ਸੀ ਤੇ ਅਰਮਾਨ ਨੇ ਸਾਧਨਾ ਨੂੰ ਤਲਾਕ ਦੇ ਦਿੱਤਾ ਸੀ ਤੇ ਮੇਰਾ ਬਦਲਾ ਪੂਰਾ ਹੋ ਗਿਆ ਸੀ। ਪਰ ਪਤਾ ਨਹੀਂ ਕਿਉਂ ਬਦਲਾ ਪੂਰਾ ਹੋਣ ਤੋਂ ਬਾਅਦ ਵੀ ਮੈਨੂੰ ਸਕੂਨ ਨਹੀਂ ਮਿਲਿਆ। ਮੇਰੀ ਮਮਤਾ ਬੇਚੈਨ ਹੋ ਗਈ ਕਿ ਭਲੇ ਹੀ ਮੈਂ ਉਸ ਦੀ ਸਗੀ ਮਾਂ ਨਹੀਂ ਸੀ, ਪਰ ਮੈਂ ਉਸ ਨੂੰ ਸਗੀ ਬੇਟੀ ਵਾਂਗ ਪਾਲਿਆ ਸੀ। ਮੈਂ ਜਦ ਸਾਧਨਾ ਨੂੰ ਦੇਖਦੀ ਹਾਂ ਤਾਂ ਮੇਰੇ ਦਿਲ ਵਿੱਚ ਚੀਸ ਉੱਠਦੀ ਹੈ, ਮੈਂ ਬਹੁਤ ਗਲਤ ਕੀਤਾ ਹੈ। ਇੱਕ ਆਦਮੀ ਦੀ ਸਜ਼ਾ ਉਸ ਦੀ ਬੇਟੀ ਨੂੰ ਦੇ ਦਿੱਤੀ। ਮੇਰਾ ਦਿਲ ਕਰਦਾ ਹੈ ਕਿ ਮੈਂ ਮਰ ਜਾਵਾਂ, ਕਿਉਂਕਿ ਮੈਂ ਹੁਣ ਸਾਧਨਾ ਤੋਂ ਮਾफ़ੀ ਵੀ ਨਹੀਂ ਮੰਗ ਸਕਦੀ ਸੀ। ਅੱਗੇ ਦੇਖਿਆ ਤਾਂ ਡਾਇਰੀ ਖਾਲੀ ਸੀ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਇਹ ਸਭ ਕੀ ਹੋ ਗਿਆ ਮੇਰੇ ਨਾਲ? ਮੈਂ ਜਲਦੀ ਨਾਲ ਆਪਣੇ ਹੰਝੂ ਪੂੰਝੇ ਤੇ ਹਸਪਤਾਲ ਚੱਲ ਪਈ। ਹਸਪਤਾਲ ਜਾਂਦੇ ਹੀ ਮੈਨੂੰ ਪਤਾ ਚੱਲਿਆ ਕਿ ਮੇਰੀ ਮਾਂ ਇਸ ਦੁਨੀਆ ਤੋਂ ਚਲੇ ਗਈ। ਮੈਂ ਨਾ ਚਾਹੁੰਦੇ ਹੋਏ ਵੀ ਆਪਣੀ ਮਾਂ ਨੂੰ ਦਿਲ ਤੋਂ ਮਾफ़ ਕਰ ਦਿੱਤਾ ਸੀ, ਕਿਉਂਕਿ ਸ਼ਾਇਦ ਉਹਨਾਂ ਦੀ ਵੀ ਗਲਤੀ ਨਹੀਂ ਸੀ। ਗਲਤੀ ਤਾਂ ਪਾਪਾ ਦੀ ਸੀ, ਜਿਨ੍ਹਾਂ ਨੇ ਉਹਨਾਂ ਨਾਲ ਇੰਨਾ ਵੱਡਾ ਧੋਖਾ ਕੀਤਾ ਸੀ ਤੇ ਉਹ ਆਪਣੇ ਕਰਮਾਂ ਦੀ ਸਜ਼ਾ ਹੁਣ ਬਿਸਤਰ 'ਤੇ ਪੈ ਕੇ ਭੁਗਤ ਰਹੇ ਸਨ।
ਕੁਝ ਦਿਨਾਂ ਬਾਅਦ ਉਹ ਡਾਇਰੀ ਮੈਂ ਅਰਮਾਨ ਨੂੰ ਦਿਖਾਈ। ਅਰਮਾਨ ਡਾਇਰੀ ਪੜ੍ਹ ਕੇ ਰੋਣ ਲੱਗੇ। ਉਹਨਾਂ ਨੂੰ ਆਪਣੇ ਕੀਤੇ 'ਤੇ ਸ਼ਰਮਿੰਦਗੀ ਸੀ। ਉਹਨਾਂ ਨੇ ਮੈਨੂੰ ਦੁਬਾਰਾ ਅਪਣਾ ਲਿਆ ਸੀ ਕਿਉਂਕਿ ਉਹ ਮੈਨੂੰ ਸੱਚਾ ਪਿਆਰ ਕਰਦੇ ਸਨ। ਕੀ ਮੇਰੇ ਪਾਪਾ ਨੇ ਜੋ ਮੇਰੀ ਮਾਂ ਨਾਲ ਕੀਤਾ ਉਹ ਸਹੀ ਸੀ? ਜੋ ਮੇਰੀ ਮਾਂ ਨੇ ਮੇਰੇ ਨਾਲ ਕੀਤਾ ਉਹ ਸਹੀ ਸੀ? ਕੀ ਮੈਂ ਆਪਣੀ ਮਾਂ ਨੂੰ ਮਾफ़ ਕਰਕੇ ਸਹੀ ਕੀਤਾ? ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਧੰਨਵਾਦ ਜੀ।